गुड आफ्टरनून बच्चे। सो ਜਿਹੜਾ ਆਪਣਾ ਕੀ ਕਨਸੈਪਟ ਦੇ ਅੰਡਰ ਆਡੀਓ ਲੈਕਚਰ ਰਹਿੰਦਾ ਸੀਗਾ ਦੀ ਕਨਸੈਪਟ ਆਫ ਪਾਵਰ। ਸੋ ਜਿੱਥੋਂ ਤੱਕ ਕੱਲ੍ਹ ਆਪਾਂ ਜਿਹੜਾ ਕਨਸੈਪਟ ਆਫ ਪਾਵਰ ਦੇ ਨੋਟਸ ਮੈਂ ਤੁਹਾਨੂੰ ਭੇਜ ਦਿੱਤੇ ਸੀਗੇ ਹੈ ਨਾ ਬੁੱਕ ਦੇ ਵਿੱਚੋਂ ਅੰਡਰਲਾਈਨ ਕਰਕੇ, ਉਹ ਤੁਸੀਂ ਕੰਪਲੀਟ ਕਰ ਲਿਓ। ਅਤੇ ਆ ਆਡੀਓ ਲੈਕਚਰ ਜਿਹੜਾ ਮੈਂ ਜਿੱਥੋਂ ਤੱਕ ਆਪਣਾ ਕੰਪਲੀਟ ਹੋ ਗਿਆ ਮੈਂ ਅੱਜ ਬਣਾ ਰਿਹਾ ਹੈਗਾ। ਸੋ ਜਿਹੜਾ ਕਨਸੈਪਟ ਆਫ ਪਾਵਰ ਹੈ ਨਾ, ਆਪਾਂ ਜਾਣਦੇ ਹਾਂ ਕਿ ਜਿਹੜੀ ਰਾਜਨੀਤੀ ਹੈ ਉਹ ਸ਼ਕਤੀ ਦੇ ਬਿਨਾਂ ਅਧੂਰੀ ਆ। ਅਤੇ ਰਾਜਨੀਤਿਕ ਵਿਗਿਆਨ ਦੇ ਵਿੱਚ ਜਿਹੜੀ ਸ਼ਕਤੀ ਦੀ ਅਵਧਾਰਨਾ ਜਿਹੜਾ ਸਥਾਨ ਰੱਖਦੀ ਹੈ, ਉਹ ਮੇਰੇ ਖਿਆਲ ਨਾਲ ਉਹਨਾਂ ਮਹੱਤਵਪੂਰਨ ਸਥਾਨ ਜਿਹੜਾ ਉਹ ਕੋਈ ਵੀ ਹੋਰ ਧਾਰਨਾ ਨਹੀਂ ਰੱਖਦੀ ਹੈਗੀ ਹੈ ਨਾ। ਜਦੋਂ ਪੋਲੀਟੀਕਲ ਥਿਓਰੀ ਦੇ ਵਿੱਚ ਜਾਂ ਰਾਜਨੀਤਿਕ ਸਿਧਾਂਤਾਂ ਦੇ ਵਿੱਚ ਆਪਾਂ ਸ਼ਕਤੀ ਦਾ ਸਿਧਾਂਤ ਪੜ੍ਹਦੇ ਹਾਂ ਤਾਂ ਜਿਹੜਾ ਇਹ ਇੱਕ ਇੱਦਾਂ ਦਾ ਸਿਧਾਂਤ ਬਣ ਕੇ ਸਾਡੇ ਸਾਹਮਣੇ ਆਉਂਦਾ ਜਿਹਦੇ ਉੱਤੇ ਪੂਰੇ ਦਾ ਪੂਰਾ ਪੋਲੀਟੀਕਲ ਸਿਸਟਮ, ਪੋਲੀਟੀਕਲ ਸਟਰਕਚਰ ਜਿਹੜੀ ਆ ਉਹ ਪੂਰੇ ਤਰੀਕੇ ਨਾਲ ਡਿਪੈਂਡੈਂਟ ਹੈਗੀ ਹੈ ਨਾ। ਅਤੇ ਜਦੋਂ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਮਾਰਗੈਂਥੋ, ਹਾਂਸ ਜੇ ਮਾਰਗੈਂਥੋ ਇੱਕ ਬਹੁਤ ਪ੍ਰਸਿੱਧ ਜਿਹੜੇ ਵਿਦਵਾਨ ਹੋਏ ਨੇ ਰਾਜਨੀਤੀ ਦੇ ਵਿੱਚ, ਉਹਨਾਂ ਦੀ ਇੱਕ ਬੁੱਕ ਸੀਗੀ ਪੋਲੀਟਿਕਸ ਅਮੰਗ ਨੇਸ਼ਨਸ ਹੈ ਨਾ। ਉਹਦੇ ਵਿੱਚ ਉਹਨਾਂ ਨੇ ਇੱਕ ਕੋਟੇਸ਼ਨ ਦਿੱਤੀ ਸੀ ਸ਼ਕਤੀ ਦੇ ਬਾਰੇ। ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਰਾਜਨੀਤੀ ਹੋਰ ਕੁਛ ਨਹੀਂ ਹੈ। ਅੰਤਰਰਾਸ਼ਟਰੀ ਰਾਜਨੀਤੀ ਜਿਹੜੀ ਉਹ ਹੋਰ ਕੁਛ ਵੀ ਨਹੀਂ ਹੈਗਾ, ਸਿਰਫ ਸ਼ਕਤੀ ਲਈ ਸੰਘਰਸ਼ ਹੈ। ਆਪਾਂ ਦੇਖਦੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਜਿੰਨੀਆਂ ਸਰਕਾਰਾਂ ਦੇਖਣ ਨੂੰ ਮਿਲਦੀਆਂ ਨੇ, ਜਿੰਨੀਆਂ ਪੋਲੀਟੀਕਲ ਸਿਸਟਮਸ ਦੇਖਣ ਨੂੰ ਮਿਲਦੇ ਨੇ, ਇਹਨਾਂ ਦੇ ਵਿੱਚ ਜਿਹੜਾ ਮੇਨ ਪੁਆਇੰਟ ਕੀ ਹੈ, ਇਹ ਕਿਹੜੀ ਐਸੀ ਸ਼ਕਤੀ ਹੈ, ਕਿਹੜੀ ਐਸੀ ਇਹਨਾਂ ਦੇ ਕੋਲ ਕੈਪੇਬਿਲਿਟੀ ਹੈ ਜਿਹਦੇ ਥਰੂ ਇਹ ਜਿਹੜਾ ਪੂਰੇ ਦਾ ਪੂਰਾ ਕੰਟਰੋਲ ਕਰਦੇ ਨੇ ਹੈ ਨਾ, ਪੂਰੇ ਦੇ ਪੂਰੇ ਸਿਸਟਮ ਨੂੰ ਕੰਟਰੋਲ ਕਰਦੇ ਨੇ। ਜਿੱਦਾਂ ਨਾਗਰਿਕਾਂ ਦੇ ਉੱਤੇ ਕੰਟਰੋਲ ਰੱਖਿਆ ਜਾਂਦਾ ਹੈ, ਠੀਕ ਹੈ, ਪੂਰੇ ਦਾ ਪੂਰਾ ਸਿਸਟਮ ਕਿਹੜੀ ਐਬਿਲਿਟੀ ਦੇ ਨਾਲ ਚੱਲਦਾ ਹੈ, ਕਿਹੜੀ ਯੋਗਤਾ ਦੇ ਨਾਲ ਚੱਲਦਾ ਹੈ, ਉਹ ਯੋਗਤਾ ਹੈ ਸ਼ਕਤੀ ਹੈ ਨਾ। ਸੋ ਸ਼ਕਤੀ ਦਾ ਜਿਹੜਾ ਕਨਸੈਪਟ ਹੈ ਇਹ ਰਾਜਨੀਤੀ ਵਿਗਿਆਨ ਦਾ ਕੇਂਦਰੀ ਕਨਸੈਪਟ ਇਹਨੂੰ ਆਪਾਂ ਕਹਿ ਸਕਦੇ ਹਾਂ, ਸੈਂਟਰਲ ਕਨਸੈਪਟ ਹੈਗਾ ਹੈ ਨਾ। ਕੈਟਲਿਨ ਵਰਗੇ ਜਿਹੜੇ ਵਿਦਵਾਨਾਂ ਨੇ ਇਹਨੂੰ ਰਾਜਨੀਤੀ ਨੂੰ ਸ਼ਕਤੀ ਦਾ ਵਿਗਿਆਨ ਕਹਿ ਕੇ ਜਿਹੜਾ ਉਹ ਬੁਲਾਇਆ ਹੈਗਾ ਹੈ ਨਾ। ਅਤੇ ਲੋਸਵੈਲ ਵਰਗੇ ਜਿਹੜੇ ਵਿਦਵਾਨ ਨੇ ਉਹ ਵੀ ਕਹਿੰਦੇ ਨੇ ਕਿ ਕੌਣ, ਕਦੋਂ, ਕਿਵੇਂ ਅਤੇ ਕਿੰਨੀ ਸ਼ਕਤੀ ਪ੍ਰਾਪਤ ਕਰਦਾ ਹੈ। ਰਾਜਨੀਤੀ ਇਸੇ ਨੂੰ ਕਿਹਾ ਜਾਂਦਾ। ਰਾਜਨੀਤੀ ਦਾ ਅਰਥ ਕੀ ਹੈਗਾ ਆਪਣੇ ਲੋਸਵੈਲ ਦੇ ਅਨੁਸਾਰ ਕਿ ਕੌਣ, ਕਦੋਂ, ਕਿੰਨਾ ਅਤੇ ਕਿਵੇਂ ਪ੍ਰਾਪਤ ਕਰਦਾ ਹੈ ਨਾ, ਕਿੰਨੀ ਸ਼ਕਤੀ ਪ੍ਰਾਪਤ ਕਰਦਾ ਹੈ। ਜਿਹਦੇ ਕੋਲ ਜਿੰਨੀ ਸ਼ਕਤੀ ਹੋਊਗੀ ਰਾਜਨੀਤੀ ਦੇ ਵਿੱਚ, ਓਨਾ ਹੀ ਉਹਦਾ ਅਕਸ ਜਿਹੜਾ ਹੈ, ਉਹਦੀ ਸਿਚੁਏਸ਼ਨ ਜਿਹੜੀ ਹੈ, ਉਹਦਾ ਸਟੇਟਸ ਜਿਹੜਾ ਹੈ ਉਹ ਹਾਈ ਹੋਊਗਾ ਹੈ ਨਾ। ਸੋ ਇਸ ਤੋਂ ਬਾਅਦ ਜਿਹੜਾ ਆਪਾਂ ਸ਼ਕਤੀ ਦੀ ਧਾਰਨਾ ਦਾ ਵਿਕਾਸ ਕਿਵੇਂ ਹੋਇਆ ਇਹਦੇ ਬਾਰੇ ਥੋੜ੍ਹਾ ਡਿਸਕਸ ਕਰਾਂਗੇ। ਸੋ ਜੇਕਰ ਆਪਾਂ ਸ਼ਕਤੀ ਦੀ ਧਾਰਨਾ ਦੀ ਹੋਂਦ ਦੀ ਗੱਲ ਕਰੀਏ, ਮਤਲਬ ਇਹ ਕਿੰਨੀ ਪੁਰਾਣੀ, ਤਾਂ ਇਹ ਬਹੁਤ ਪੁਰਾਣੀ ਧਾਰਨਾ ਹੈ ਨਾ। ਇਹ ਅੱਜ ਦੇ ਟਾਈਮ ਦੀ ਨਹੀਂ ਹੈਗੀ। ਸੁਕਰਾਤ, ਪਲੈਟੋ ਅਤੇ ਅਰਸਤੂ ਵਰਗੇ ਵੀ ਜਿਹੜੇ ਵਿਦਵਾਨ ਸੀਗੇ ਉਹ ਵੀ ਸ਼ਕਤੀ ਦੀ ਧਾਰਨਾ ਤੋਂ ਚੰਗੀ ਤਰ੍ਹਾਂ ਜਾਣੂ ਸੀ। ਮਤਲਬ ਉਹ ਇਸ ਦੀ ਜਿਹੜੀ ਮਹੱਤਤਾ ਹੈ ਉਹਨੂੰ ਸਮਝਦੇ ਸੀਗੇ ਹੈ ਨਾ। ਅਰਸਤੂ ਜਿਹੜਾ ਸੀਗਾ ਉਹਨੇ ਤਾਂ ਸ਼ਕਤੀ ਸਥਿਤੀ ਅਤੇ ਸ਼ਕਤੀ ਵਰਤੋਂ ਦੇ ਆਧਾਰ ਦੇ ਉੱਤੇ ਵੱਖ-ਵੱਖ ਸੰਵਿਧਾਨਾਂ ਅਤੇ ਚੰਗੇ ਅਤੇ ਬੁਰੇ ਸੰਵਿਧਾਨਾਂ ਵਿੱਚ ਅੰਤਰ ਵੀ ਕੀਤਾ ਸੀ ਹੈ ਨਾ। ਤੁਸੀਂ ਜਿਹੜਾ ਤੁਹਾਡਾ ਵੈਸਟਰਨ ਪੋਲੀਟੀਕਲ ਥੋਟ ਪੜ੍ਹਦੇ ਹੋ, ਜਦੋਂ ਐਰਿਸਟੋਟਲ ਜਾਂ ਅਰਸਤੂ ਪੜ੍ਹਦੇ ਹੋ, ਉਹਦੇ 'ਚ ਉਹਨੇ ਸੰਵਿਧਾਨਾਂ ਦਾ ਵਰਗੀਕਰਨ ਕੀਤਾ ਹੈ ਨਾ ਕਿ ਆਹ ਜਿਹੜੇ ਵਧੀਆ ਸੰਵਿਧਾਨ ਨੇ, ਆਹ ਜਿਹੜੇ ਸੰਵਿਧਾਨਾਂ ਦੀ ਖਰਾਬ ਜਿਹੜੀ ਕਿਸਮ ਹੈ ਨਾ, ਉਹਦੇ 'ਚ ਉਹਨੇ 2 ਕਿਸਮਾਂ ਕੱਢੀਆਂ ਹੈ। ਉਹ ਬੇਸ ਕੀ ਲੈਂਦਾ ਉਹਦੇ ਲਈ, ਠੀਕ ਹੈ। ਜਦੋਂ ਉਹ ਕਿਸਮਾਂ ਦੇ ਬਾਰੇ ਡਿਸਕਸ ਕਰਦਾ ਹੈ ਤਾਂ ਉਹਨੇ ਆਧਾਰ ਕੀ ਬਣਾਇਆ ਹੈ, ਕਿਹੜੀ ਚੀਜ਼ ਨੂੰ ਮੁੱਖ ਰੱਖ ਕੇ ਉਹਨੇ ਜਿਹੜੇ ਕੌਨਸਟੀਟਿਊਸ਼ਨ ਉਹਨਾਂ ਦਾ ਐਨਾਲਿਸਿਸ ਕੀਤਾ, ਉਹਨਾਂ ਦਾ ਵਿਸ਼ਲੇਸ਼ਣ ਕੀਤਾ, ਉਹਨਾਂ ਦੇ ਵਿੱਚ ਕਮੀਆਂ ਕੱਢੀਆਂ ਜਾਂ ਉਹਨਾਂ ਦੀ ਚੰਗਿਆਈ ਦੱਸੀ ਹੈ, ਉਹ ਹੈ ਸ਼ਕਤੀ, ਠੀਕ ਹੈ। ਸ਼ਕਤੀ ਦੇ ਸਿਰ 'ਤੇ ਪਲੈਟੋ, ਅਰਸਤੂ ਤੋਂ ਇਲਾਵਾ ਅਗਰ ਆਪਾਂ ਥੋੜ੍ਹਾ ਹੋਰ ਅੱਗੇ ਵਧੀਏ ਤਾਂ ਮੈਕਿਆਵਲੀ ਵਰਗੇ ਜਿਹੜੇ ਰਾਜਨੀਤਿਕ ਵਿਚਾਰਕ ਨੇ। ਮੈਕਿਆਵਲੀ ਦੀ ਪੁਸਤਕ ਸੀ ਹੈ ਨਾ, ਫੇਮਸ ਪੁਸਤਕ ਦੀ ਪ੍ਰਿੰਸ ਹੈ ਨਾ, ਸਟੇਟ ਜਦੋਂ ਤੁਸੀਂ ਪੜ੍ਹਿਆ ਉਹਦੇ ਵਿੱਚ ਵੀ ਇਹਦਾ ਡਿਸਕਸ਼ਨ ਆਉਂਦਾ। ਤਾਂ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਜਿਹੜਾ ਇੱਕ ਰਾਜ ਆ ਉਹਦੇ ਕੋਲ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ। ਜਿਹੜਾ ਸਟੇਟ ਕ੍ਰਾਫਟ ਦਾ ਉਹਦਾ ਪ੍ਰਿੰਸੀਪਲ ਹੈ ਨਾ ਮੈਕਿਆਵਲੀ ਦਾ, ਉਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਜਿਹੜਾ ਰਾਜਾ ਹੈ ਉਹ ਸ਼ੇਰ ਦੀ ਤਰ੍ਹਾਂ ਤਾਕਤਵਰ ਹੋਣਾ ਚਾਹੀਦਾ ਹੈ ਅਤੇ ਲੂੰਬੜੀ ਦੀ ਤਰ੍ਹਾਂ ਚਲਾਕ ਹੋਣਾ ਚਾਹੀਦਾ। ਕਹਿਣ ਦਾ ਭਾਵ ਕੀ ਹੈ ਕਿ ਉਹ ਦਿਮਾਗੀ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਦੋਨੋਂ ਤਰੀਕਿਆਂ ਦੇ ਨਾਲ ਕੀ ਹੋਣਾ, ਸ਼ਕਤੀਸ਼ਾਲੀ ਹੋਣਾ ਚਾਹੀਦਾ। ਸੋ ਮੇਰੇ ਕਹਿਣ ਦਾ ਭਾਵ ਇੱਥੇ ਹੈ ਕਿ ਸ਼ਕਤੀ ਦਾ ਕਨਸੈਪਟ ਜਿਹੜਾ ਉਸ ਟਾਈਮ ਤੋਂ ਚੱਲਿਆ ਆ ਰਿਹਾ ਹੈਗਾ ਹੈ ਨਾ। ਅੱਜ ਦੇ ਟਾਈਮ ਦੇ ਵਿੱਚ ਦੇਖੀਏ ਤਾਂ ਹੋਰ ਬਹੁਤ ਸਾਰੇ ਜਿਹੜੇ ਵਿਚਾਰਕ ਨੇ, ਜਿਵੇਂ ਹਾਂਸ ਜੇ ਮਾਰਗੈਂਥੋ ਦੀ ਮੈਂ ਅੱਗੇ ਤੁਹਾਨੂੰ ਕੋਟੇਸ਼ਨ ਦਿੱਤੀ ਹੈ ਨਾ। ਹਾਂਸ ਜੇ ਮਾਰਗੈਂਥੋ ਵਰਗੇ, ਚਾਰਲਸ ਮਰੀਅਮ ਵਰਗੇ, ਕੈਟਲਿਨ ਵਰਗੇ, ਲੋਸਵੈਲ ਵਰਗੇ, ਠੀਕ ਆ, ਮਾਰਟਿਨ ਕੈਪਲਾਨ ਵਰਗੇ, ਜਿਹੜੇ ਰਾਬਰਟ ਏ ਡਾਹਲ ਵਰਗੇ, ਜਾਂ ਡੇਵਿਡ ਈਸਟਨ ਜਿਹੜਾ ਅੱਗੇ ਚੱਲ ਕੇ ਆਪਾਂ ਸਟੱਡੀ ਕਰਾਂਗੇ। ਡੇਵਿਡ ਈਸਟਨ ਵਰਗੇ ਬਹੁਤ ਸਾਰੇ ਜਿਹੜੇ ਵਿਚਾਰਕ ਨੇ, ਉਹਨਾਂ ਨੇ ਸ਼ਕਤੀ ਦੀ ਧਾਰਨਾ ਦੀ ਮਹੱਤਤਾ ਨੂੰ ਪਹਿਚਾਣਿਆ ਅਤੇ ਉਹਨਾਂ ਨੇ ਇਸ ਨੂੰ ਐਕਸੈਪਟ ਵੀ ਕੀਤਾ ਕਿ ਸ਼ਕਤੀ ਦੀ ਧਾਰਨਾ ਦਾ ਵਜੂਦ ਜਿਹੜਾ ਹੈ ਉਹਦੇ ਨਾਲ ਹੀ ਰਾਜਨੀਤੀ ਵਿਗਿਆਨ ਦਾ ਵਜੂਦ ਜੁੜਿਆ ਹੋਇਆ ਹੈ ਨਾ। ਮੰਨ ਕੇ ਚਲੋ ਜੇ ਸ਼ਕਤੀ ਨਾ ਹੋਏਗੀ ਹੈ ਨਾ ਤਾਂ ਫਿਰ ਪੋਲੀਟੀਕਲ ਸਿਸਟਮ ਕਿਹੜੇ ਤਰੀਕੇ ਨਾਲ ਚੱਲੇਗਾ।
ਲੋਕ ਖੁਦ ਬ ਖੁਦ ਜਿਹੜੇ ਨਾਗਰਿਕ ਨੇ ਉਹ ਖੁਦ ਬ ਖੁਦ ਕਿਸੇ ਦਾ ਕਹਿਣਾ ਨਹੀਂ ਮੰਨਦੇ। ਆਪਾਂ ਜਾਣਦੇ ਹਾਂ ਇਸ ਗੱਲ ਨੂੰ। ਉਹਦੇ ਵਾਸਤੇ ਅਥੋਰਿਟੀ ਚਾਹੀਦੀ ਹੈ, ਜਿਹੜਾ ਸ਼ਕਤੀ ਤੋਂ ਹੀ ਨਿਕਲਿਆ ਹੋਇਆ ਇੱਕ ਕੌਨਸੈਪਟ ਹੈਗਾ, ਠੀਕ ਹੈ। ਸੋ ਸ਼ਕਤੀ ਜਿਹੜੀ ਇਸ ਤਰੀਕੇ ਨਾਲ ਆਪਾਂ ਨੂੰ ਪਤਾ ਲੱਗਦਾ ਇੱਕ ਇੰਪੋਰਟੈਂਟ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਕੁਛ ਪਰਿਭਾਸ਼ਾਵਾਂ ਜਿਹੜੀਆਂ ਮੈਂ ਤੁਹਾਨੂੰ ਅੰਡਰਲਾਈਨ ਕਰਕੇ ਦਿੱਤੀਆਂ ਸੀ। ਇਹਦੇ 'ਚ ਪਹਿਲੀ ਪਰਿਭਾਸ਼ਾ ਮੈਕਾਈਵਰ ਦੀ ਹੈ, ਜਿਹਨੂੰ ਮੈਂ ਥੋੜ੍ਹਾ ਐਕਸਪਲੇਨ ਕਰ ਦਿੰਦਾ। ਮੈਕਾਈਵਰ ਕਹਿੰਦਾ ਹੈਗਾ ਮੈਕਾਈਵਰ ਕਿ ਸ਼ਕਤੀਆਂ ਵਿਅਕਤੀ ਜਾਂ ਪਦਾਰਥਾਂ ਦੇ ਵਿਵਹਾਰ ਨੂੰ ਕੇਂਦਰਿਤ, ਨਿਯਮਿਤ ਅਤੇ ਨਿਰਦੇਸ਼ਿਤ ਕਰਨ ਦੀ ਸਮਰੱਥਾ ਹੈ। ਉਹ ਕਹਿੰਦਾ ਜਿਹੜੀ ਸ਼ਕਤੀ ਹੈ ਉਹ ਵਿਅਕਤੀਆਂ ਦੇ, ਚਾਹੇ ਉਹ ਵਿਅਕਤੀ ਹੋਵੇ, ਚਾਹੇ ਕੋਈ ਸਮੂਹ ਹੋਵੇ, ਚਾਹੇ ਕੋਈ ਸੰਗਠਨ ਹੋਵੇ, ਹੈ ਨਾ, ਉਹਨਾਂ ਦਾ ਜਿਹੜਾ ਵਿਵਹਾਰ ਹੈ, ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਨਾ, ਉਸ ਨੂੰ ਕੇਂਦਰਿਤ ਮਤਲਬ ਉਹਨੂੰ ਆਪਣੇ ਤਰੀਕੇ ਦੇ ਨਾਲ ਕਿਸੇ ਵੀ ਪਾਸੇ ਜਿਹੜਾ ਆਪਾਂ ਯੂਜ਼ ਕਰਨ, ਠੀਕ ਹੈ। ਉਹਨੂੰ ਨਿਯਮਿਤ ਮਤਲਬ ਉਹਨੂੰ ਕੰਟਰੋਲ ਕਰਨ, ਅਤੇ ਉਸ ਨੂੰ ਨਿਰਦੇਸ਼ਿਤ ਮਤਲਬ ਉਹਨੂੰ ਡਾਇਰੈਕਟ ਕਰਨਾ, ਕਿ ਕਿਸੇ ਮੰਨ ਲਓ ਵਿਅਕਤੀ ਨੂੰ ਡਾਇਰੈਕਟ ਕਰਨਾ ਕਿ ਤੂੰ ਇਸ ਤਰੀਕੇ ਨਾਲ ਕੰਮ ਕਰਨਾ। ਉਹ ਕਹਿੰਦਾ ਸ਼ਕਤੀ ਦੇ ਇਹ ਐਬਿਲਿਟੀ ਹੈ ਸ਼ਕਤੀ, ਹੈ ਨਾ। ਸ਼ਕਤੀ ਇਸ ਤਰ੍ਹਾਂ ਦੀ ਯੋਗਤਾ ਜਿਹੜੀ ਉਹ ਹੁੰਦੀ ਹੈ। ਸੋ ਇਸ ਤੋਂ ਬਾਅਦ ਜਿਹੜਾ ਸੀ ਜੋਰਜ ਸਵੈਜ਼ਨਬਰਗ ਨੇ ਕਿਹਾ ਹੈਗਾ ਕਿ ਸ਼ਕਤੀ ਇੱਕ ਵਿਅਕਤੀ ਵੱਲੋਂ ਦੂਸਰੇ ਵਿਅਕਤੀ 'ਤੇ ਪ੍ਰਭਾਵਸ਼ਾਲੀ ਸਜ਼ਾ ਰਾਹੀਂ ਆਪਣੀ ਇੱਛਾ ਠੋਸਣ ਦੀ ਸਮਰੱਥਾ ਹੈ, ਠੀਕ ਹੈ। ਮਤਲਬ ਇੱਕ ਵਿਅਕਤੀ ਕੋਲ ਇਸ ਤਰ੍ਹਾਂ ਦੀ ਐਬਿਲਿਟੀ ਸ਼ਕਤੀ ਦੇ ਦੁਆਰਾ ਆ ਜਾਂਦੀ ਹੈ ਕਿ ਦੂਜੇ ਵਿਅਕਤੀ ਦੇ ਕੋਲੋਂ ਆਪਣਾ ਮਨਮਰਜ਼ੀ ਦਾ ਕੰਮ ਕਰਵਾ ਸਕਦਾ ਹੈ, ਠੀਕ ਹੈ। ਬਸ਼ਰਤੇ ਦੂਜੇ ਵਿਅਕਤੀ ਕੋਲ ਜਾਂ ਤਾਂ ਸ਼ਕਤੀ ਬਿਲਕੁਲ ਨਾ ਹੋਵੇ, ਜਾਂ ਉਹਦੇ ਕੋਲ ਪਹਿਲੇ ਵਿਅਕਤੀ ਦੇ ਨਾਲੋਂ ਸ਼ਕਤੀ ਜਿਹੜਾ ਬੰਦਾ ਵਰਤ ਰਿਹਾ ਉਹਦੇ ਨਾਲੋਂ ਘੱਟ ਜਿਹੜੀ ਸ਼ਕਤੀ ਉਹ ਹੋਣੀ ਜ਼ਰੂਰੀ ਹੈ ਨਾ। ਅਤੇ ਉਸ ਤੋਂ ਬਾਅਦ ਜਿਹੜੀ MG ਸਮਿਥ ਦੀ ਮੈਂ ਤੁਹਾਨੂੰ ਕਰਵਾਈ ਸੀਗੀ, ਸ਼ਕਤੀ ਲੋਕਾਂ ਅਤੇ ਪਦਾਰਥ ਉੱਤੇ ਪ੍ਰਭਾਵਕਾਰੀ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਹੈ। ਇਸ ਦੇ ਲਈ ਪ੍ਰੇਰਨਾ ਤੋਂ ਲੈ ਕੇ ਜ਼ਬਰ ਤੱਕ ਦੇ ਸਾਧਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਠੀਕ ਹੈ। ਅੱਗੇ ਚੱਲ ਕੇ ਜਦੋਂ ਆਪਾਂ ਡਿਸਕਸ ਕਰਾਂਗੇ ਸ਼ਕਤੀ ਦੇ ਬਾਰੇ ਤਾਂ ਆਪਾਂ ਨੂੰ ਪਤਾ ਲੱਗੇ ਕਿ ਇਹਦੇ ਵਿੱਚ ਦੰਡ ਦੇਣ ਦੀ, ਠੀਕ ਹੈ। ਜੇ ਕੋਈ ਮੰਨ ਲਓ ਸ਼ਕਤੀ ਯੋਗਤਾ ਤਾਂ ਹੈ ਜਿਹਦੇ ਨਾਲ ਆਪਾਂ ਕਿਸੇ ਦੂਜੇ ਵਿਅਕਤੀ ਦੇ ਜਾਂ ਸੰਸਥਾ ਦੇ ਜਿਹੜਾ ਵਿਵਹਾਰ ਆ ਉਹਨੂੰ ਆਪਾਂ ਪ੍ਰਭਾਵਿਤ ਕਰ ਸਕਦੇ ਹਾਂ, ਪਰ ਨਾਲ ਦੀ ਨਾਲ ਸ਼ਕਤੀ ਦੇ ਵਿੱਚ ਜੇਕਰ ਸਾਹਮਣੇ ਵਾਲਾ ਪਰਸਨ ਜਾਂ ਸਾਹਮਣੇ ਵਾਲੀ ਸੰਸਥਾ ਜਿਹੜੀ ਹੈ, ਠੀਕ ਹੈ, ਉਹ ਸ਼ਕਤੀ ਧਾਰਕ ਦੀ ਗੱਲ ਨੂੰ ਨਹੀਂ ਮੰਨਦੀ ਤਾਂ ਉਹਦੇ ਕੋਲ ਅਧਿਕਾਰ ਹੁੰਦਾ ਹੈ ਕਿ ਜਿਹਦੇ ਨਾਲ ਉਹ ਉਸ ਨੂੰ ਦੰਡ ਵੀ ਦੇ ਸਕਦਾ ਹੈ, ਠੀਕ ਹੈ। ਦੰਡ ਮਤਲਬ ਸਜ਼ਾ ਵੀ ਦੇ ਸਕਦਾ ਹੈ, ਠੀਕ ਹੈ। ਅੱਗੇ ਬੱਚੇ ਇਸੇ ਤਰ੍ਹਾਂ ਦੀਆਂ ਇੱਕ ਦੋ ਪਰਿਭਾਸ਼ਾਵਾਂ ਜਿਹੜੀਆਂ ਮੈਂ ਸੀਗੀਆਂ ਉਹ ਵੀ ਤੁਹਾਨੂੰ ਜਿਹੜੀਆਂ ਅੰਡਰਲਾਈਨ ਕਰਕੇ ਦਿੱਤੀਆਂ ਸੀ। ਤੁਸੀਂ ਜਿਹੜੇ ਮੈਂ ਕੱਲ੍ਹ ਨੋਟਸ ਭੇਜੇ ਸੀ ਤੁਹਾਨੂੰ ਕੱਲ੍ਹ ਅਤੇ ਪਰਸੋਂ, ਉਹਦੇ ਵਿੱਚੋਂ ਜਿਹੜੀ ਡੈਫੀਨੇਸ਼ਨਸ ਨੇ ਉਹ ਤੁਸੀਂ ਕੋਈ ਵੀ 2 ਜਾਂ 3 ਕਰ ਸਕਦੇ ਹੋ। ਅਗਰ ਇਸ ਤੋਂ ਜ਼ਿਆਦਾ ਇੱਕ ਅੱਧੀ ਕਰ ਸਕੋ ਤਾਂ ਬਹੁਤ ਵਧੀਆ ਹੋਊਗਾ, ਨਹੀਂ ਤਾਂ 2 ਜਾਂ 3 ਤਾਂ ਘੱਟ ਤੋਂ ਘੱਟ ਜਿਹੜੀਆਂ ਉਹ ਕਰਨੀਆਂ ਨੇ, ਹੈ ਨਾ, ਕੁਐਸਚਨ ਦੇ ਵਿੱਚ। ਜੇਕਰ ਆਪਾਂ ਸ਼ਕਤੀ ਦੇ ਅਰਥ ਦੀ ਗੱਲ ਕਰੀਏ, ਠੀਕ ਆ, ਪੋਲੀਟੀਕਲ ਥਿਓਰੀ ਦੇ ਜਾਂ ਆਪਣੀ ਜਿਹੜੀ ਸ਼ਕਤੀ ਦੀ ਧਾਰਨਾ ਹੈ ਉਹਦੇ ਅਨੁਸਾਰ ਜੇ ਮੈਂ ਸ਼ਕਤੀ ਦੇ ਅਰਥ ਦੀ ਗੱਲ ਕਰਾਂ ਤਾਂ ਸ਼ਕਤੀ ਜਿਹੜੀ ਹੈ ਉਹ ਇੱਕ ਅਜਿਹੀ ਯੋਗਤਾ ਹੈ, ਠੀਕ ਆ। ਸ਼ਕਤੀ ਜਿਹੜੀ ਇੱਕ ਅਜਿਹੀ ਐਬਿਲਿਟੀ ਹੈ, ਉਹ ਕਿਸੇ ਸੰਸਥਾ ਕੋਲੇ ਵੀ ਹੋ ਸਕਦੀ ਹੈ, ਕਿਸੇ ਵਿਅਕਤੀ ਕੋਲੇ ਵੀ ਹੋ ਸਕਦੀ ਹੈ, ਜਾਂ ਵਿਅਕਤੀਆਂ ਦੇ ਗਰੁੱਪ ਕੋਲੇ ਵੀ ਹੋ ਸਕਦੀ ਹੈ, ਜਿਹਦੇ ਨਾਲ ਉਹ ਸਾਹਮਣੇ ਵਾਲੀ ਸੰਸਥਾ, ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ, ਉਸ ਨੂੰ ਨਿਯਮਿਤ ਕਰ ਸਕਦਾ ਹੈ ਨਾ। ਅਤੇ ਅਗਰ ਸਾਹਮਣੇ ਵਾਲਾ ਵਿਅਕਤੀ ਜਿਹੜਾ ਜਾਂ ਸੰਸਥਾ ਜਾਂ ਵਿਅਕਤੀਆਂ ਦਾ ਗਰੁੱਪ ਜਿਹੜਾ ਸ਼ਕਤੀ ਧਾਰਕ ਦੀ ਗੱਲ ਨਹੀਂ ਮੰਨਦਾ ਤਾਂ ਉਸ ਕੋਲ ਦੰਡ ਦੇਣ ਦਾ ਅਧਿਕਾਰ ਵੀ ਹੋ ਜਾਂਦਾ ਹੈ, ਠੀਕ ਹੈ। ਉਸ ਕੋਲ ਦੰਡ ਦੇਣ ਦਾ ਅਧਿਕਾਰ ਵੀ ਹੋ ਜਾਂਦਾ ਹੈ, ਠੀਕ ਹੈ ਬੱਚੇ। ਤੋਂ ਇਸ ਤੋਂ ਬਾਅਦ ਜਿਹੜਾ ਆਪਾਂ ਸ਼ਕਤੀ ਦੀਆਂ ਵਿਸ਼ੇਸ਼ਤਾਵਾਂ ਮੈਂ ਤੁਹਾਨੂੰ ਭੇਜੀਆਂ ਸੀ, ਉਹਦੇ ਵਿੱਚ ਜਿਹੜੀ ਸ਼ਕਤੀ ਦੀ ਪਹਿਲੀ ਵਿਸ਼ੇਸ਼ਤਾ ਦੇਖਣ ਨੂੰ ਮਿਲਦੀ ਹੈ ਉਹ ਹੈ ਸ਼ਕਤੀ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ ਨਾ। ਸ਼ਕਤੀ ਕੀ ਹੈ? ਦੂਸਰਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ। ਹੁਣੇ ਮੈਂ ਤੁਹਾਨੂੰ ਸ਼ਕਤੀ ਦਾ ਜਿਹੜਾ ਮੀਨਿੰਗ ਦੱਸਿਆ ਨਾ, ਪਾਵਰ ਦਾ ਮੀਨਿੰਗ ਜਾਂ ਅਰਥ ਦੱਸਿਆ, ਉਹਦੇ ਵਿੱਚ ਇਹ ਗੱਲ ਹੈ ਕਿ ਜਿਹੜੀ ਸ਼ਕਤੀ ਹੈ ਉਹ ਐਬਿਲਿਟੀ ਇਸ ਤਰ੍ਹਾਂ ਦੀ ਹੈ। ਇਹਦੇ ਨਾਲ ਕੀ ਹੈ, ਸ਼ਕਤੀ ਧਾਰਕ ਜਿਹਦੇ ਕੋਲ ਸ਼ਕਤੀ ਹੋਊਗੀ ਦੂਸਰੇ ਬੰਦੇ ਕੋਲੋਂ, ਸਾਹਮਣੇ ਵਾਲੇ ਵਿਅਕਤੀ ਕੋਲੋਂ ਕਿਸੇ ਵੀ ਤਰ੍ਹਾਂ ਨਾਲ ਆਪਦੀ ਜਿਹੜੀ ਉਹਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦਾ ਅਤੇ ਆਪਣੀ ਜਿਹੜੀ ਇੱਛਾ ਹੈ ਉਹਦੇ ਕੋਲੋਂ ਮਨਵਾ ਸਕਦਾ ਹੈ ਨਾ। ਜਿਹੜਾ ਨੈਕਸਟ ਪੁਆਇੰਟ ਬੱਚੇ ਉਹ ਹੈਗਾ ਸ਼ਕਤੀ ਸੰਬੰਧਾਤਮਕ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਸ਼ਕਤੀ ਜਿਹੜੀ ਹੈ ਉਹਦੇ ਵਾਸਤੇ ਇਕੱਲਾ ਸ਼ਕਤੀ ਧਾਰਕ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ, ਇਹਦੇ ਵਿੱਚ ਸੰਬੰਧਾਤਮਕ ਜਿਹੜੀ ਪ੍ਰਕਿਰਤੀ ਦੇਖਣ ਨੂੰ ਮਿਲਦੀ ਹੈ। ਭਾਵ ਕਿ ਸ਼ਕਤੀ ਧਾਰਕ ਦੇ ਨਾਲ ਨਾਲ ਜਿਹਦੇ ਕੋਲ ਸ਼ਕਤੀ ਹੈ ਉਹਦੇ ਨਾਲ ਨਾਲ ਸਾਹਮਣੇ ਇਸ ਤਰ੍ਹਾਂ ਦਾ ਪਰਸਨ ਵੀ ਹੋਣਾ ਚਾਹੀਦਾ ਜਿਹਦੇ ਉੱਤੇ ਸ਼ਕਤੀ ਦੀ ਵਰਤੋਂ ਕੀਤੀ ਜਾ ਸਕੇ। ਕਿਉਂਕਿ ਇੱਕ ਪਰਸਨ ਜਿਹਦੇ ਕੋਲ ਸ਼ਕਤੀ ਹੈ ਉਹ ਓਨਾ ਚਿਰ ਜਿਹੜਾ ਉਸ ਸ਼ਕਤੀ ਦਾ ਕੋਈ ਮਾਇਨੇ ਨਹੀਂ ਰਹਿੰਦਾ ਜਿੰਨੀ ਦੇਰ ਜਿਹੜਾ ਉਹਦੇ ਕੋਲ ਸਾਹਮਣੇ ਵਾਲਾ ਕੋਈ ਪਰਸਨ ਨਾ ਹੋਵੇ ਜਿਹਦੇ ਉੱਤੇ ਉਹ ਸ਼ਕਤੀ ਵਰਤ ਸਕੇ, ਹੈ ਨਾ। ਸੋ ਜਿਹੜੀ ਸ਼ਕਤੀ ਦੀ ਧਾਰਨਾ ਦੋ ਪੱਖੀ ਹੁੰਦੀ ਹੈ। ਭਾਵ ਕਿ ਇਹਦੇ ਵਿੱਚ ਇੱਕ ਸ਼ਕਤੀ ਧਾਰਕ ਅਤੇ ਦੂਜਾ ਅਜਿਹਾ ਓਬਜੈਕਟ ਜਾਂ ਕੋਈ ਵਿਅਕਤੀ ਹੋਣਾ ਚਾਹੀਦਾ ਜਾਂ ਸੰਸਥਾ ਹੋਣੀ ਚਾਹੀਦੀ ਹੈ ਜਾਂ ਵਿਅਕਤੀਆਂ ਦਾ ਗਰੁੱਪ ਹੋਣਾ ਚਾਹੀਦਾ ਜਿਹਦੇ ਉੱਪਰ ਸ਼ਕਤੀ ਦੀ ਵਰਤੋਂ ਕੀਤੀ ਜਾਵੇ। ਠੀਕ ਹੈ ਬੱਚੇ, ਮੇਰੇ ਖਿਆਲ ਨਾਲ ਤੁਹਾਨੂੰ ਸਮਝ 'ਚ ਆ ਗਿਆ ਹੋਣਾ ਪੁਆਇੰਟ। ਜਿਹੜਾ ਥਰਡ ਪੁਆਇੰਟ ਹੈ ਉਹ ਆਪਣਾ ਹੈਗਾ ਕਿ ਸ਼ਕਤੀ ਸਥਿਤੀਆਤਮਕ ਹੁੰਦੀ ਹੈ। ਪਾਵਰ ਇਜ਼ ਸਿਚੁਏਸ਼ਨਲ। ਇਸ ਤੋਂ ਭਾਵ ਇਹ ਹੈਗਾ ਬੱਚੇ ਕਿ ਜਿਹੜੀ ਸ਼ਕਤੀ ਹੈ ਨਾ, ਉਹਦਾ ਪ੍ਰਭਾਵ ਕਿੰਨਾ ਹੋਊਗਾ ਜਾਂ ਉਹਦਾ ਪ੍ਰਭਾਵ ਕਿੰਨਾ ਜ਼ਿਆਦਾ ਜਾਂ ਘੱਟ ਹੋਊਗਾ, ਇਹ ਸਥਿਤੀ 'ਤੇ ਜਿਹੜਾ ਉਹ
ਡਿਪੈਂਡ ਕਰਦਾ ਹੈ ਨਾ ਕਿ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ। ਫੋਰ ਐਗਜ਼ਾਮਪਲ ਬੱਚੇ ਕਿਸੇ ਇੰਸਟੀਟਿਊਸ਼ਨ ਦਾ ਹੈੱਡ ਮੰਨ ਕੇ ਚਲੋ, ਇੱਕ ਕਾਲਜ ਦੇ ਪ੍ਰਿੰਸੀਪਲ ਨੇ, ਉਹਨਾਂ ਕੋਲ ਸ਼ਕਤੀ ਹੈ ਕਿ ਉਹ ਜਿਹੜੇ ਸਟੂਡੈਂਟਸ ਨੇ ਕਾਲਜ ਦੇ ਵਿੱਚ ਪੜ੍ਹਦੇ ਨੇ, ਜਿਹੜੀ ਫੈਕਲਟੀ ਇੱਥੇ ਕੰਮ ਕਰਦੀ ਹੈ, ਉਹਨਾਂ ਦੇ ਵਿਹਾਰ ਨੂੰ, ਮਤਲਬ ਉਹਨਾਂ ਨੇ ਕੰਮ ਕਿਸ ਤਰੀਕੇ ਨਾਲ ਕਰਨਾ ਹੈ, ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ, ਉਹ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਨੇ ਨਾ, ਕਿਉਂਕਿ ਉਹਨਾਂ ਦੇ ਕੋਲ ਸ਼ਕਤੀ ਹੈ ਇਸ ਚੀਜ਼ ਦੀ, ਦੇ ਹੈਵ ਅਥੋਰਿਟੀ ਹੈ ਨਾ, ਉਹਨਾਂ ਕੋਲ ਪਾਵਰ ਹੈਗੀ ਹੈ। ਅਤੇ ਬਟ ਹੁਣ ਇੱਥੇ ਸਿਚੁਏਸ਼ਨ ਦੀ ਗੱਲ ਕਿਵੇਂ ਆ ਜਾਂਦੀ ਹੈ ਕਿ ਉਹਨਾਂ ਦੀ ਜਿਹੜੀ ਇਹ ਪਾਵਰ ਹੈ ਸਿਚੁਏਸ਼ਨ ਬੇਸਡ ਇਨ ਦੀ ਸੈਂਸ ਕਿ ਜੇ ਸਿਚੁਏਸ਼ਨ ਬੇਸਡ ਦੀ ਗੱਲ ਕਰਾਂ ਤਾਂ ਇਸ ਤੋਂ ਮੇਰਾ ਭਾਵ ਇਹ ਹੈਗਾ ਕਿ ਇੱਕ ਸੰਸਥਾ ਦਾ ਮੁਖੀ ਸਿਰਫ ਓਨੀ ਦੇਰ ਹੀ ਜਿਹੜਾ ਆਪਣੇ EMPLOYEES ਨੂੰ ਜਾਂ ਆਪਣੇ ਜਿਹੜੇ ਨਿਚਲੇ ਪੱਧਰ 'ਤੇ ਉਹਨਾਂ ਨਾਲੋਂ ਹੇਠਲੇ ਦਰਜੇ 'ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਕੰਟਰੋਲ ਕਰ ਸਕਦਾ ਹੈ ਜਦ ਤੱਕ ਉਹ ਲੋਕ ਉਸ ਸੰਸਥਾ ਦੇ ਵਿੱਚ ਮੌਜੂਦ ਹੋਣ, ਕਿਉਂਕਿ ਸੰਸਥਾ ਦੇ ਬਾਹਰ ਜਾਣ 'ਤੇ ਉਹਨਾਂ ਦੇ ਉੱਤੇ ਸੰਸਥਾ ਦਾ ਕੋਈ ਵੀ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਉਹ ਲਾਗੂ ਨਹੀਂ ਹੁੰਦੇ। ਠੀਕ ਹੈ ਬੱਚੇ, ਸੋ ਸਿਚੁਏਸ਼ਨ ਹੋ ਗਈ ਨਾ, ਸਿਚੁਏਸ਼ਨ ਸੀ ਤਾਂ ਜਿਹੜੇ ਹੈੱਡ ਆਫ ਦੀ ਇੰਸਟੀਟਿਊਸ਼ਨ ਸੀਗੇ ਉਹ ਸਭ ਨੂੰ ਕੰਟਰੋਲ ਕਰ ਰਹੇ ਸੀਗੇ। ਜਦੋਂ ਸਿਚੁਏਸ਼ਨ ਜਿਹੜੀ ਉਹ ਨਹੀਂ ਰਹੀ, ਜਿੱਥੇ ਉਹ ਪਾਵਰ ਨਹੀਂ ਵਰਤ ਸਕਦੇ ਸੀਗੇ, ਤਾਂ ਉੱਥੇ ਸ਼ਕਤੀ ਦਾ ਕੋਈ ਮਾਇਨੇ ਨਹੀਂ ਰਿਹਾ। ਸੋ ਜਿਹੜੀ ਸ਼ਕਤੀ ਹੈ ਉਹ ਸਿਚੁਏਸ਼ਨ ਬੇਸਡ ਹੁੰਦੀ ਹੈ, ਸਥਿਤੀ ਆਤਮਕ ਹੁੰਦੀ ਹੈ।